So next is over exploitation. ਹਿਊਮਨ ਹੈਵ ਆਲਵੇਜ਼ ਡਿਪੈਂਡੈਂਟ ਔਨ ਨੇਚਰ। ਅਸੀਂ ਹਮੇਸ਼ਾ ਨੇਚਰ 'ਤੇ ਡਿਪੈਂਡ ਕਰਦੇ ਹਾਂ ਫॉर ਫੂਡ ਐਂਡ ਸ਼ੈਲਟਰ। ਫੂਡ ਅਤੇ ਸ਼ੈਲਟਰ ਅਸੀਂ ਨੇਚਰ ਤੋਂ ਹੀ ਲੈਂਦੇ ਹਾਂ। ਬਟ ਵੈਨ ਨੀਡ ਟਰਨਸ ਟੂ ਗਰੀਡ ਇਟ ਲੀਡਸ ਟੂ ਓਵਰ ਐਕਸਪਲੋਇਟੇਸ਼ਨ। ਪਰ ਸਾਡੀ ਨੀਡ ਕੀ ਹੋ ਗਈ? ਸਾਡੀ ਗਰੀਡ ਬਣ ਗਈ, ਜਿਹਨੂੰ ਕਹਿੰਦੇ ਆ ਓਵਰ ਐਕਸਪਲੋਇਟੇਸ਼ਨ ਆਫ ਨੈਚੁਰਲ ਰਿਸੋਰਸਿਸ। ਨੈਚੁਰਲ ਰਿਸੋਰਸਿਸ ਦੀ ਅਸੀਂ ਓਵਰ ਐਕਸਪਲੋਇਟੇਸ਼ਨ ਕਰਦੇ ਹਾਂ ਕਿਸੇ ਨਾ ਕਿਸੇ ਤਰੀਕੇ ਨਾਲ। ਫਾਰ ਐਗਜ਼ਾਮਪਲ ਜੇ ਮੈਂ ਤੁਹਾਡੇ ਇਸ ਬੁੱਕ ਤੋਂ ਤੁਹਾਡੇ ਲੈਵਲ 'ਤੇ ਸੋਚਾਂ ਤਾਂ ਤੁਹਾਡੇ ਲੈਵਲ ਦੇ ਉੱਤੇ ਅਸੀਂ ਪਾਣੀ ਵਾਸਤੇ ਮੋਟਰ ਲਾਈ ਹੋਈ ਆ। ਪਾਣੀ ਦੀ ਮੋਟਰ ਦਾ ਬਟਨ ਸਵਿਚ ਔਨ ਕੀਤੀ ਤਾਂ ਉਹਨੇ ਮੋਟਰ ਨੇ ਟੈਂਕੀ ਭਰ ਦੇਣੀ ਆ। ਟੈਂਕੀ ਤੋਂ ਅਸੀਂ ਕੀ ਕਰਦੇ ਹਾਂ? ਪਾਣੀ ਵੇਸਟ ਕਰੀ ਜਾ ਰਹੇ ਹਾਂ। ਦੈਟ ਇਜ਼ ਓਵਰ ਐਕਸਪਲੋਇਟੇਸ਼ਨ। ਉਹ ਰਿਸੋਰਸ ਸਾਨੂੰ ਅਵੇਲੇਬਲ ਹੋ ਗਏ, ਅਸੀਂ ਉਹਨਾਂ ਦਾ ਲੋੜ ਤੋਂ ਵੱਧ ਯੂਜ਼ ਕਰ ਲਿਆ, ਉਹਨੂੰ ਕਹਿੰਦੇ ਆ ਓਵਰ ਐਕਸਪਲੋਇਟੇਸ਼ਨ। ਇਕੱਲੀ ਇੱਕ ਚੀਜ਼ 'ਚ ਨਹੀਂ, ਹੋਰ ਬਹੁਤ ਚੀਜ਼ਾਂ 'ਚ ਅਸੀਂ ਓਵਰ ਐਕਸਪਲੋਇਟੇਸ਼ਨ ਕਰਦੇ ਹਾਂ। ਪੈਨ ਦੀ ਜਿੱਥੇ ਸਾਨੂੰ 2-3 ਪੈਨ ਨਾਲ ਸਰਦਾ, ਉੱਥੇ ਸਾਡੇ ਕੋਲ 10-12 ਪੈਨ ਹੁੰਦੇ ਨੇ। ਹੁਣ ਤੁਸੀਂ ਕਹੋਗੇ ਉਹ ਕਿਸ ਤਰ੍ਹਾਂ ਓਵਰ ਐਕਸਪਲੋਇਟੇਸ਼ਨ ਆ? ਉਹਨਾਂ ਨੂੰ ਬਣਨ ਵਾਸਤੇ ਵੀ ਹੀਟ ਚਾਹੀਦੀ ਆ, ਉਹਨਾਂ ਨੂੰ ਬਣਨ ਵਾਸਤੇ ਵੀ ਇਲੈਕਟ੍ਰੀਸਿਟੀ ਚਾਹੀਦੀ ਆ, ਉਹ ਵੀ ਪੋਲਿਊਸ਼ਨ ਪੈਦਾ ਕਰਦੇ ਆ। ਠੀਕ ਆ, ਕੱਪੜਾ, ਪੈਨ, ਜਿੰਨੀਆਂ ਵੀ ਚੀਜ਼ਾਂ ਨੇ ਅੱਜ ਕੱਲ੍ਹ ਹਿਊਮਨ ਰੇਸ ਦੇ ਵਿੱਚ ਓਵਰ ਐਕਸਪਲੋਇਟੇਸ਼ਨ ਬਹੁਤ ਵਧੀ ਹੋਈ ਆ। ਮੈਨੀ ਸਪੀਸੀਜ਼ ਐਕਸਟੈਂਸ਼ਨਸ ਇਨ ਦ ਲਾਸਟ 500 years ਕਹਿੰਦਾ ਕਈ ਸਪੀਸੀਜ਼ ਜਿਹੜੀਆਂ 500 ਸਾਲਾਂ ਤੋਂ ਖਤਮ ਹੋ ਗਈਆਂ, ਜਿਹਦੇ ਵਿੱਚ ਸਟੀਲਰ ਸੀ, ਕਾਓ ਆ ਗਈ, ਪੈਸੇਂਜਰ ਪਿਜਨ ਵੀ ਖਤਮ ਹੋ ਗਿਆ, ਵਰ ਡਿਊ ਟੂ ਓਵਰ ਐਕਸਪਲੋਇਟੇਸ਼ਨ ਬਾਈ ਹਿਊਮਨਸ। ਇਹ ਸਾਰਾ ਹਿਊਮਨਸ ਦੀ ਓਵਰ ਐਕਸਪਲੋਇਟੇਸ਼ਨ ਕਰਕੇ ਹੋਇਆ। ਮੈਨੀ ਮੇਰਾਈਨ ਫਿਸ਼ population around the world are over harvested, endangering the continuous existence of some commercially important। ਤੇ ਕਈ ਮੇਰਾਈਨ ਫਿਸ਼ਿਸ ਉਹ ਵੀ ਖਤਮ ਹੋ ਰਹੀਆਂ ਨੇ। ਠੀਕ ਆ, ਜਿਹੜੀਆਂ ਕਮਰਸ਼ੀਅਲੀ ਸਾਡੇ ਲਈ ਇੰਪੋਰਟੈਂਟ ਸਪੀਸੀਸ ਸੀ, ਉਹ ਵੀ ਖਤਮ ਹੋ ਜਾ ਰਹੀਆਂ ਡਿਊ ਟੂ ਓਵਰ ਐਕਸਪਲੋਇਟੇਸ਼ਨ। ਥਰਡ ਪੁਆਇੰਟ ਆ ਗਿਆ ਪੁੱਤਰ ਜੀ, ਏਲੀਅਨ ਸਪੀਸੀਜ਼ ਇਨਵੇਜ਼ਨ। ਇਹਨਾਂ ਦੇ ਵਿੱਚੋਂ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਆ। ਥਰਡ ਆ ਗਿਆ ਕਿ ਜੇ ਅਸੀਂ ਬਾਹਰਲੀ ਸਪੀਸੀਜ਼, ਇਨਵੇਜ਼ਨ ਹੁੰਦਾ ਐਂਟਰ ਹੋਣਾ, ਅੰਦਰ ਆਉਣਾ, ਏਲੀਅਨ ਹੁੰਦਾ ਕੋਈ ਬਾਹਰਲੀ ਸਪੀਸੀਜ਼ ਪੁਰਾਣੀਆਂ ਸਪੀਸੀਜ਼ ਦੇ ਅੰਦਰ ਐਂਟਰ ਹੋ ਗਈ, ਉਹ ਵੀ ਇਫੈਕਟ ਕਰਦੀ ਆ। ਵੈਨ ਏਲੀਅਨ ਸਪੀਸੀਜ਼ ਆਰ ਇੰਟਰੋਡਿਊਸਡ ਅਨਇੰਟੈਂਟਿਵਲੀ ਔਰ ਡੈਲੀਬਰੇਟਲੀ ਫॉर whatever purpose, some of them turn invasive and cause decline or extinction of indigenous species। indigenous means ਜਿਹੜੀਆਂ ਉੱਥੇ ਰਹਿਣ ਵਾਲੀਆਂ ਪੁਰਾਣੀਆਂ ਸਪੀਸੀਜ਼ ਨੇ। ਜਦੋਂ ਕੋਈ ਨਵੀਂ ਸਪੀਸੀਜ਼ ਇੰਟਰੋਡਿਊਸ ਕੀਤੀ ਜਾਂਦੀ ਆ, ਚਾਹੇ ਉਹ ਕਿਸੇ ਪਰਪਜ਼ ਲਈ ਕੀਤੀ ਆ, ਚਾਹੇ ਸਾਨੂੰ ਉਹ ਤੋਂ ਕਮਰਸ਼ੀਅਲੀ ਫਾਇਦਾ ਹੁੰਦਾ ਆ, ਉਹਦੇ ਨਾਲ ਜਿਹੜੀਆਂ ਪੁਰਾਣੀਆਂ ਉੱਥੇ ਦੀਆਂ ਆਪਦੀਆਂ ਸਪੀਸੀਜ਼ ਸੀ ਉਹ ਖਤਮ ਹੋ ਜਾਂਦੀਆਂ ਨੇ। ਇਨਵੇਜ਼ਨ ਦਾ ਹੁੰਦਾ ਇੰਟਰੋਡਿਊਸ ਕਰਨਾ। ਦ ਨੀਲ ਪਰਚ ਐਗਜ਼ਾਮਪਲ ਆ that can asked many times। Nile perch introduced into Lake Victoria in the East Africa led eventually to the extinction of an ecological unique assemblage of more than 200 species of cichlid fish in the lake। ਨੀਲ ਪਰਚ ਵਿਕਟੋਰੀਆ ਲੇਕ ਦੇ ਵਿੱਚ ਲਿਆਉਣ ਦੇ ਨਾਲ ਈਸਟ ਅਫਰੀਕਾ ਦੇ ਵਿੱਚ ਕੀ ਹੋਇਆ, ਉੱਥੇ ਜਿਹੜੀ ਉਹਨਾਂ ਦੀ ਆਪਣੀਆਂ 200 ਸਪੀਸੀਜ਼ ਚੀਚਿਲਡ ਫਿਸ਼ ਦੀਆਂ ਸੀ, ਉਹ ਖਤਮ ਹੋ ਗਈਆਂ। ਠੀਕ ਆ, ਇਹ ਕੁਐਸਚਨ ਉਹ ਪੁੱਛ ਲੈਂਦੇ ਆ ਪੁੱਤਰ ਜੀ, ਕਿਉਂ ਖਤਮ ਹੋਈਆਂ? ਕਿਉਂਕਿ ਨੀਲ ਪਰਚ ਕੀ ਸੀ? ਏਲੀਅਨ ਸਪੀਸੀਜ਼ ਬਾਹਰੋਂ ਲਿਆ ਕੇ ਰੱਖੀ। ਯੂ ਮਸਟ ਬੀ familiar with environmental damage caused and threat posed to our native species by invasive weed species। ਕਹਿੰਦੇ ਇਹਦੀ ਇੱਕ ਹੋਰ ਐਗਜ਼ਾਮਪਲ ਰਹਿੰਦਾ ਨੇ, ਉਹ ਵੀਡ ਹੁੰਦਾ ਬਾਦੂਕਾ। ਵੀਡ ਸਪੀਸੀਜ਼ ਜਿਹਨੂੰ ਅਸੀਂ ਕੈਰਟ ਗ੍ਰਾਸ ਕਹਿੰਦੇ ਹਾਂ, ਗਾਜਰ ਕਾ, ਜਿਹਦਾ ਨਾਮ ਹੈਗਾ ਪਾਰਥੀਨੀਅਮ ਲੈਂਟਾ। ਇੱਕ ਹੈਗਾ ਪਾਰਥੀਨੀਅਮ, ਦੂਸਰਾ ਹੈਗਾ ਲੈਂਟਾਨਾ, ਐਂਡ ਤੀਸਰਾ ਹੈਗਾ ਵਾਟਰ ਹਿਆਸੰਥ, ਜਿਹਨੂੰ ਅਸੀਂ ਇਚੋਰਨੀਆਂ ਕਹਿੰਦੇ ਹਾਂ। ਇਹਨਾਂ ਨੂੰ ਵੀ ਇੰਟਰੋਡਿਊਸ ਕਰਨ ਦੇ ਨਾਲ ਕੀ ਹੋ ਗਿਆ, ਵਾਟਰ ਹਿਆਸੰਥ ਨੂੰ ਪਾਣੀ ਵਿੱਚ ਲਿਆਉਣ ਦੇ ਨਾਲ ਕੀ ਹੋਇਆ,
ਕੀ ਹੋਇਆ ਕਿ ਜਿਹੜੀਆਂ ਇਹਨੇ ਥੱਲੇ ਆਕਸੀਜਨ ਨਹੀਂ ਜਾਣ ਦਿੱਤੀ ਅਤੇ ਜਿਹੜੀਆਂ ਥੱਲੇ ਫਿਸ਼ਸ ਵਗੈਰਾ ਪਾਣੀ ਨੂੰ ਪੋਲਿਊਟਡ ਵਾਟਰ ਨੂੰ ਸਾਫ਼ ਕਰਨ ਦੇ ਲਈ ਹੁੰਦੀਆਂ ਸੀ ਉਹ ਖ਼ਤਮ ਹੋ ਗਈਆਂ। ਵਾਟਰ ਹਿਆਸਿੰਥ ਵੀਡ ਅਸੀਂ ਬੰਗਾਲ ਤੋਂ ਲਿਆਏ ਹਾਂ, ਇਹਦਾ ਦੂਸਰਾ ਨਾਮ ਟੈਰਰ ਆਫ ਬੰਗਾਲ ਵੀ ਆ, ਸਾਇੰਟੀਫਿਕ ਨੇਮ ਇਚੋਰਨੀਆ। The recent illegal introduction of the African catfish ਦਾ scientific name ਹੈਗਾ Clarius gariepinus for aquaculture purpose is posing a threat to the indigenous catfishes in our rivers। ਉਹ ਕਹਿੰਦਾ ਪਿੱਛੇ ਜਿਹੇ ਅਫਰੀਕਨ ਕੈਟਫਿਸ਼ ਆ ਉਹਦਾ ਸਾਇੰਟੀਫਿਕ ਨੇਮ ਕੈਲੇਰੀਅਸ, ਉਹਨੂੰ ਰਿਵਰਸ ਦੇ ਵਿੱਚ ਲਿਆ ਕੇ ਰੱਖਣ ਦੇ ਨਾਲ, ਚਾਹੇ ਅਸੀਂ ਉਹ ਐਕੁਆਕਲਚਰ ਪਰਪਸ ਦੇ ਨਾਲ ਲਿਆਂਦੀਆਂ ਨੇ, ਪਰ ਉਹਨਾਂ ਨੇ ਜਿਹੜੀਆਂ ਪੁਰਾਣੀਆਂ ਉਹ ਇੰਡੀਜੀਅਸ ਪੁਰਾਣੀਆਂ ਜਿਹੜੀਆਂ ਕੈਟਫਿਸ਼ ਸੀ, ਜਿਹੜੀਆਂ ਦੇਸੀ ਸੀਗੀਆਂ, ਜਿਹੜੀਆਂ ਇਸ ਜਗ੍ਹਾ ਦੀਆਂ ਆਪਣੀਆਂ ਸੀ, ਉਹ ਫਿਸ਼ਸ ਖ਼ਤਮ ਕਰਤੀਆਂ। ਕੋਐਕਸਟੈਂਸ਼ਨ ਦਾ ਮਤਲਬ ਆ ਵੈਨ ਏ ਸਪੀਸੀਜ਼ ਬਿਕਮ ਐਕਸਟੈਂਟ। ਕੋ ਹੁੰਦਾ ਕੋਆਪਰੇਸ਼ਨ, ਜਦੋਂ ਇੱਕ ਸਪੀਸੀਜ਼ ਖ਼ਤਮ ਹੋ ਗਈ ਤਾਂ ਉਹਦੇ ਨਾਲ ਰਿਲੇਟਡ ਦੂਸਰੀ ਵੀ ਖ਼ਤਮ ਹੋ ਗਈ। ਵੈਨ ਏ ਸਪੀਸੀਜ਼ ਬਿਕਮ ਐਕਸਟੈਂਟ, ਇੱਕ ਸਪੀਸੀਜ਼ ਖ਼ਤਮ ਹੋ ਗਈ, ਦ ਪਲਾਂਟ ਐਂਡ ਦ ਐਨੀਮਲ ਸਪੀਸੀਜ਼ ਐਸੋਸੀਏਟਡ ਵਿਦ ਇਟ ਐਨ ਓਬਲੀਗੇਟਰੀ ਵੇ ਆਲਸੋ ਬਿਕਮ ਐਕਸਟੈਂਟ, ਤਾਂ ਉਹਦੇ ਨਾਲ ਜੁੜੀ ਹੋਈ ਦੂਸਰੀ ਵੀ ਸਪੀਸੀਜ਼ ਖ਼ਤਮ ਹੋ ਜਾਂਦੀ ਹੈ। ਹੋਸਟ ਫਿਸ਼ ਸਪੀਸੀਜ਼ ਬਿਕਮ ਐਕਸਟੈਂਟ, ਜੇ ਹੋਸਟ ਫਿਸ਼ ਖ਼ਤਮ ਹੋ ਗਈ, ਇਟ ਇਜ਼ ਯੂਨੀਕ ਅਸੈਂਬਲੇਜ ਆਫ ਪੈਰਾਸਾਈਟ ਆਲਸੋ ਮੀਟਸ ਦ ਸੇਮ ਫੇਟ, ਤਾਂ ਉਹ 'ਤੇ ਰਹਿਣ ਵਾਲੀ ਫਿਸ਼ ਜਿਹੜੀ ਪੈਰਾਸਾਈਟ ਆ ਉਹ ਵੀ ਖ਼ਤਮ ਹੋ ਜੂਗੀ। ਠੀਕ ਆ, ਇਹਦੀ ਐਗਜ਼ਾਮਪਲ ਲਈ ਆ ਉਹਨਾਂ ਨੇ ਕੋ ਇਵੋਲਵਡ ਪਲਾਂਟ ਪੋਲੀਨੇਟਰ ਮਿਊਚੁਅਲਿਜ਼ਮ ਦੀ। ਮਿਊਚੁਅਲਿਜ਼ਮ ਦੇ ਵਿੱਚ ਉਹਨਾਂ ਨੇ ਤੁਹਾਨੂੰ ਕੀ ਦੱਸਿਆ ਸੀ ਕਿ ਜੇ ਇੱਕ ਨੂੰ ਫਾਇਦਾ ਹੁੰਦਾ ਤਾਂ ਦੂਸਰੇ ਨੂੰ ਵੀ ਫਾਇਦਾ ਹੁੰਦਾ ਆ। ਮਿਊਚੁਅਲਿਜ਼ਮ ਵਾਲੇ 'ਚ ਇੱਕ ਖ਼ਤਮ ਹੋ ਗਈ ਸਪੀਸੀਜ਼ ਤਾਂ ਦੂਸਰੀ ਵੀ ਸਪੀਸੀਜ਼ ਖ਼ਤਮ ਹੋ ਜੂਗੀ। ਇਹ 4 ਮੇਨ ਰੀਜ਼ਨਸ ਨੇ ਕਾਜ਼ ਆਫ ਬਾਇਓਡਾਇਵਰਸਿਟੀਜ਼। ਇਹਦੇ ਵਿੱਚੋਂ ਤੁਹਾਨੂੰ 2 ਮਾਰਕਸ ਦੇ ਕੁਐਸਚਨ, 1 ਮਾਰਕਸ ਦੇ ਐਂਡ 3 ਮਾਰਕਸ ਦੇ ਕੁਐਸਚਨ ਕੈਨ ਬੀ ਆਸਕ।